ਵੈਲਕਮ 10th ਕਲਾਸ। ਇਸ ਪਾਰਟ ਦੇ ਵਿੱਚੋਂ 6 ਅੰਕ ਦਾ ਪੇਪਰ ਆਣਾ। ਇੱਕ ਪ੍ਰਸ਼ਨ ਜਿਹੜਾ 2 ਅੰਕ ਵਾਲਾ ਆਏਗਾ ਤੇ 1 ਅੰਕ ਵਾਲੇ ਹੀ ਆਉਣਗੇ ਪ੍ਰਸ਼ਨ। ਤਾਂ 1 ਅੰਕ ਵਾਲੇ ਕਿਸ ਤਰ੍ਹਾਂ ਦੇ ਪ੍ਰਸ਼ਨ ਆ ਸਕਦੇ ਇਸ ਦੇ ਵਿੱਚ, ਜਿਵੇਂ ਇੱਦਾਂ ਤੁਹਾਨੂੰ 2 ਸਮੀਕਰਨਾਂ ਦਿੱਤੀਆਂ ਹੋਣਗੀਆਂ ਜਿਹਦੇ ਵਿੱਚ x ਵਾਲੀ ਟਰਮ ਹੋਏਗੀ, ਇੱਕ y ਵਾਲੀ, ਇੱਕ ਬਿਨਾਂ xy ਵਾਲੀ, ਤੇ ਬਰਾਬਰ ਕੀ ਹੋਏਗਾ 0। ਤਾਂ ਪੁੱਛਿਆ ਜਾਏਗਾ ਇਹ ਗ੍ਰਾਫ ਕਿਸ ਤਰ੍ਹਾਂ ਦਾ ਹੋਵੇਗਾ। ਤਾਂ ਤੁਸੀਂ ਕੀ ਕਰਨਾ ਬੇਟਾ, x ਦੇ ਅੱਗੇ ਵਾਲੀ ਰਕਮਾਂ ਕਿਹੜੀਆਂ ਨੇ ਹਰੇ ਰੰਗ 'ਚ ਤੁਹਾਨੂੰ ਨਜ਼ਰ ਆ ਰਹੀਆਂ, ਉਹਨਾਂ ਨੂੰ ਡਿਵਾਈਡ ਕਰ ਲੈਣਾ। ਇਸੇ ਤਰ੍ਹਾਂ ਹੀ y ਦੇ ਅੱਗੇ ਵਾਲੀਆਂ ਰਕਮਾਂ ਨੂੰ ਲੇਕਿਨ ਨਿਸ਼ਾਨ ਦੇ ਨਾਲ -4 ਬਟਾ ਜਮਾ 6, ਜਿਨ੍ਹਾਂ ਅੱਗੇ ਕੋਈ ਨਿਸ਼ਾਨ ਨਹੀਂ, ਦਾ ਮਤਲਬ ਕੀ ਹੈ ਜਮਾ ਦਾ ਹੀ ਹੈ, ਤਾਂ ਤੁਸੀਂ ਜਮਾ ਪਾ ਸਕਦੇ ਹੋ ਅੱਗੇ। ਲੇਕਿਨ ਜਿਹਦੇ ਅੱਗੇ ਮਾਈਨਸ ਹੈ ਉਹ ਤਾਂ ਜ਼ਰੂਰ ਪਾਉਣਾ ਹੈ। ਤੇ ਤੁਸੀਂ ਦੇਖ ਲੈਣਾ ਕਿ ਜੇ ਇਹ ਦੋਨੋਂ ਪਹਿਲੀਆਂ ਦੋਨੋਂ ਟਰਮਸ x ਦੇ ਅੱਗੇ ਵਾਲੀ ਦੋਨਾਂ ਦਾ ਭਾਗ ਤੇ y ਵਾਲੀ ਦੋਨਾਂ ਦੇ ਅੱਗੇ ਦਾ ਭਾਗ ਜੇਕਰ ਸੇਮ ਨਹੀਂ ਹੈ ਤਾਂ ਇੱਥੇ ਹੀ ਦੋਨਾਂ 5/7, ਕਿਉਂਕਿ -4/6 ਦੇ ਬਰਾਬਰ ਨਹੀਂ ਹੈ, ਤਾਂ ਇੱਥੇ ਹੀ ਆਪਣੀ ਕਹਾਣੀ ਖਤਮ ਹੋ ਜਾਂਦੀ ਹੈ। ਤੇ a1/a2 is not equal to b1/b2, a1/a2 is not equal to b1/b2। ਤਾਂ therefore ਸਮੀਕਰਨ ਦਾ ਗ੍ਰਾਫ, ਸਮੀਕਰਨ ਦਾ ਇੱਕ ਹੱਲ ਹੋਵੇਗਾ, ਸਮੀਕਰਨ ਦਾ ਇੱਕ ਹੱਲ ਹੋਵੇਗਾ, 1 ਸੋਲੂਸ਼ਨ। ਤੇ ਗ੍ਰਾਫ ਜਿਹੜਾ ਇੱਕ ਬਿੰਦੂ ਉੱਤੇ ਕੱਟੇਗਾ, 1 ਸੋਲੂਸ਼ਨ ਵਿਲ ਬੀ ਦੇਅਰ ਐਂਡ ਗ੍ਰਾਫ ਵਿਲ ਕੱਟ ਐਟ 1 ਪੁਆਇੰਟ। ਇਹ ਵੀ ਪੁੱਛਿਆ ਸਕਦਾ ਹੈ ਗ੍ਰਾਫ ਕਿਸ ਤਰ੍ਹਾਂ ਦਾ ਹੋਵੇਗਾ। ਗ੍ਰਾਫ ਇੱਕ ਬਿੰਦੂ ਉੱਤੇ ਕੱਟੇਗਾ, ਸਮੀਕਰਨ ਦਾ ਇੱਕ ਹੱਲ ਆਏਗਾ, ਮਤਲਬ ਇੱਕ x ਦੀ ਵੈਲਿਊ ਆਏਗੀ, ਇੱਕ y ਦੀ ਵੈਲਿਊ ਸੰਭਵ ਹੋਵੇਗੀ। ਨੈਕਸਟ ਹੈ ਇਸੇ ਤਰ੍ਹਾਂ ਦਾ ਹੀ ਦੂਸਰਾ, ਦੇਖੋ ਕਿ ਇਸ ਦਾ ਗ੍ਰਾਫ ਕਿਸ ਤਰ੍ਹਾਂ ਦਾ ਹੋਵੇਗਾ। ਤੇ ਤੁਸੀਂ ਸੇਮ ਇੱਦਾਂ ਹੀ ਦੇਖਣਾ, x ਦੇ ਅੱਗੇ ਵਾਲੀ ਰਕਮ ਤੇ ਦੋਨੋਂ ਨੂੰ ਭਾਗ ਕਰ ਦੇਣਾ, ਤੇ y ਦੇ ਅੱਗੇ ਵਾਲੀ ਰਕਮਾਂ ਨੂੰ ਭਾਗ ਕਰਕੇ ਦੇਖ ਲੈਣਾ। ਜੇ ਤਾਂ ਇਹਨਾਂ ਦਾ ਉੱਤਰ ਸੇਮ ਆ ਗਿਆ, ਇਹ ਦੇਖੋ ਇਹਨਾਂ 3 × 3, 3 ਦੂਣੀ 6, 9 × 9, 9 ਦੂਣੀ 18, ਤਾਂ ਪਹਿਲੀ ਦੋ ਰਕਮਾਂ ਜਿਹੜੀਆਂ ਸੀ ਉਹ ਬਰਾਬਰ ਆ ਗਈਆਂ, ਇਹ ਬਟਾ ਇਹ ਤੇ ਇਹ ਵੀ ਇਹਦੇ ਬਰਾਬਰ ਆ ਗਿਆ। ਤਾਂ ਤੁਸੀਂ ਤੀਜੀ ਭਾਗ ਕਰੋਗੇ ਫਿਰ 12/24, 12 × 12, 12 ਦੂਣਾ 24। ਇਹਦਾ ਮਤਲਬ ਇਹ ਤਿੰਨੋਂ ਹੀ ਬਰਾਬਰ ਆ ਗਈਆਂ, ਇਹ ਤਿੰਨੋਂ ਹੀ ਬਰਾਬਰ ਆ ਗਈਆਂ, x ਦੇ ਅੱਗੇ ਵਾਲੀ ਵੀ, y ਦੇ ਅੱਗੇ ਵਾਲੀ ਤੇ ਬਿਨਾਂ xy ਵਾਲੀ, ਤਿੰਨਾਂ ਨੂੰ ਭਾਗ ਕੀਤਾ 12 ਦੂਣਾ 24, 3 ਦੂਣੀ 6, 9 ਦੂਣੀ 18। ਤੇ ਇਹਦਾ ਮਤਲਬ ਕੀ ਹੋਏਗਾ ਕਿ ਇਹਦੇ ਵਿੱਚ a1/a2 is equal to b1/b2 is equal to c1/c2। ਇਹਨੂੰ ਆਪਾਂ ਇਸ ਤਰ੍ਹਾਂ ਲਿਖ ਸਕਦੇ ਹਾਂ, a1/a2 b1/b2 c1/c2, ਤਿੰਨੋਂ ਹੀ ਬਰਾਬਰ ਹੈ। ਤੇ ਇਹਦਾ ਮਤਲਬ ਸਮੀਕਰਨ ਦੇ ਅਨੇਕ ਹੱਲ ਹੋਣਗੇ, ਮੈਨੀ ਸੋਲਿਊਸ਼ਨਸ, ਸਮੀਕਰਨ ਦੇ ਅਨੇਕ ਹੱਲ ਹੋਣਗੇ, ਮੈਨੀ ਸੋਲਿਊਸ਼ਨਸ, ਇਕੁਏਸ਼ਨ ਵਿਲ ਹੈਵ ਮੈਨੀ ਸੋਲਿਊਸ਼ਨਸ। ਤੇ ਗ੍ਰਾਫ ਕਿਸ ਤਰ੍ਹਾਂ ਦਾ ਆਏਗਾ, ਜਦੋਂ ਅਸੀਂ ਗ੍ਰਾਫ ਪਲਾਟ ਕਰਾਂਗੇ ਦੋਨਾਂ ਦਾ ਗ੍ਰਾਫ ਇੱਕ ਸਿੱਧੀ ਰੇਖਾ ਹੀ ਆਏਗਾ, ਮਤਲਬ ਦੋਨੋਂ ਲਾਈਨਾਂ ਦਾ ਗ੍ਰਾਫ ਇੱਕ ਦੂਜੇ ਉੱਤੇ ਹੀ ਹੋਵੇਗਾ, ਇਸ ਤਰ੍ਹਾਂ। ਦ ਗ੍ਰਾਫ ਵਿਲ ਲਾਈ ਔਨ ਈਚ ਅਦਰ, ਇਜ਼ ਇਟ ਓਕੇ। ਨੈਕਸਟ ਹੈ ਥਰਡ, ਕਿਸ ਤਰ੍ਹਾਂ ਦਾ ਗ੍ਰਾਫ ਹੋਏਗਾ। ਫਿਰ ਅੱਗੇ ਦੇਖੋ x ਦੇ ਅੱਗੇ ਵਾਲੀ ਹਰੇ ਵਾਲੀ ਦੋਨਾਂ ਨੂੰ ਭਾਗ ਕਰ ਲਿਆ, ਫਿਰ y ਦੇ ਅੱਗੇ ਵਾਲੀ 3 ਤੇ ਇਹਦੇ ਅੱਗੇ ਕੁਛ ਨਹੀਂ ਹੈ ਤਾਂ 1 ਲਗਾ ਲੈਣਾ, -3/-1, 2 × 2, 2 ਤੀਆ 6, ਕਿੰਨਾ ਆ ਗਿਆ 3/1। ਇਸੇ ਤਰ੍ਹਾਂ ਹੀ ਇਹਦੇ ਵਿੱਚ ਮਾਈਨਸ ਨਾਲ ਮਾਈਨਸ ਕੱਟਿਆ ਗਿਆ ਤੇ ਕਿੰਨਾ ਆ ਗਿਆ 3/1। ਦੇਖੋ ਪਹਿਲੇ ਦੋਨੋਂ ਬਰਾਬਰ ਆ ਗਏ, ਫਿਰ ਤੁਸੀਂ ਤੀਜਾ ਭਾਗ ਕਰਨਾ ਹੈ 10/9, ਲੇਕਿਨ ਇਹ ਵਾਲਾ ਤੀਜੇ ਦੇ ਬਰਾਬਰ ਨਹੀਂ ਹੈ, ਇਹਦਾ ਮਤਲਬ ਪਹਿਲੀਆਂ ਦੋ ਬਰਾਬਰ ਹੈ, ਤੀਜੀ ਬਰਾਬਰ ਨਹੀਂ ਹੈ, ਪਿਛਲੇ ਵਾਲੇ 'ਚ ਤਿੰਨੇ ਹੀ ਬਰਾਬਰ ਸੀ। ਤਾਂ ਇਹਦਾ ਹੱਲ ਕੀ ਹੋਏਗਾ, ਇਹਦਾ ਕੋਈ ਹੱਲ ਨਹੀਂ ਹੋਊਗਾ ਇਸ ਤਰ੍ਹਾਂ ਦੇ ਸਮੀਕਰਨ ਦਾ ਜਿਸ 'ਚ ਪਹਿਲੀ ਦੋ ਬਰਾਬਰ ਹੋਣ ਲੇਕਿਨ ਤੀਜਾ ਬਰਾਬਰ ਨਾ ਹੋਵੇ। ਤਾਂ ਇਹਨੂੰ ਕੀ ਕਹਿੰਦੇ ਹੈ, ਨੋ ਸੋਲਿਊਸ਼ਨ, ਸਮੀਕਰਨ ਦਾ ਕੋਈ ਹੱਲ ਨਹੀਂ ਹੋਵੇਗਾ, ਕੋਈ ਹੱਲ ਨਹੀਂ ਹੋਵੇਗਾ। ਤੇ ਗ੍ਰਾਫ ਵਿਲ ਵੀ ਕਿੱਦਾਂ ਦਾ ਗ੍ਰਾਫ ਹੋਏਗਾ ਬੇਟਾ, ਇਹਨਾਂ ਦਾ ਸਮਾਂਤਰ ਰੇਖਾਵਾਂ। ਤਾਂ 3 ਕੰਡੀਸ਼ਨ ਹੁੰਦੀਆਂ ਨੇ। ਸਭ ਤੋਂ ਪਹਿਲਾਂ ਅਸੀਂ ਪਹਿਲੀ ਦੋ ਚੈੱਕ ਕਰਾਂਗੇ, ਜੇਕਰ ਪਹਿਲੀਆਂ ਦੋ ਹੀ ਬਰਾਬਰ ਨਹੀਂ ਆਉਂਦੀਆਂ ਤਾਂ ਗ੍ਰਾਫ ਇੱਕ ਬਿੰਦੂ ਉੱਤੇ ਕੱਟੇਗਾ, ਰੇਖਾਵਾਂ ਕੀ ਹੋਣਗੀਆਂ ਇੱਕ ਬਿੰਦੂ ਉੱਤੇ ਕੱਟ ਜਾਣਗੀਆਂ ਤੇ ਇੱਕ ਸੋਲਿਊਸ਼ਨ ਆਏਗਾ। ਲੇਕਿਨ ਦੂਜਾ ਕੀ ਹੁੰਦਾ ਕਿ ਤਿੰਨੇ ਬਰਾਬਰ ਹੋਣਗੀਆਂ, ਜੇ ਤਿੰਨੇ ਬਰਾਬਰ ਆਉਂਦਾ ਹੈ ਤਾਂ ਅਨੇਕ ਹੱਲ ਹੋਣਗੇ, ਮੈਨੀ ਸੋਲਿਊਸ਼ਨ। ਜੇ ਤੀਜਾ ਬਰਾਬਰ ਨਹੀਂ ਆਇਆ ਤਾਂ ਨੋ ਸੋਲਿਊਸ਼ਨ, ਮਤਲਬ ਤੁਸੀਂ ਉਦੋਂ ਹੀ ਚੈੱਕ ਕਰਨਾ ਕਿੱਦਾਂ ਦਾ ਜੋੜਾ ਹੋਵੇਗਾ, ਸੰਗਤ ਜਾਂ ਹੋਵੇਗਾ ਜਾਂ ਅਸੰਗਤ। ਇੱਦਾਂ ਹੀ ਇਹਦੇ ਵਿੱਚ ਦੇਖਣਾ, ਇਹਦੇ ਵਿੱਚ x ਦੇ ਅੱਗੇ ਕੁਛ ਨਹੀਂ ਹੈ ਤਾਂ ਤੁਸੀਂ ਕੀ ਲਗਾ ਲੈਣਾ ਹੈ 1। ਇਸੇ ਤਰ੍ਹਾਂ ਤੁਸੀਂ y ਦੇ ਅੱਗੇ ਵੀ ਕੀ ਲਗਾ ਦੇਣਾ 1, 1x/2x, ਸੌਰੀ x ਨਹੀਂ ਲਗਾਉਣਾ, 1/2 ਲਿਖ ਲਓ ਸਿੱਧਾ ਹੀ। y ਦੇ ਅੱਗੇ ਵਾਲੀ 1/2, ਤੀਜੀ ਕਿਹੜੀ ਹੈ 5/10। ਤੁਸੀਂ ਦੇਖੋਗੇ ਪਹਿਲੀ ਦੋ ਬਰਾਬਰ ਆ ਰਹੀਆਂ, ਇਸ ਕਰਕੇ ਤੀਜੀ ਦਾ ਅਨੁਪਾਤ ਕੱਢਿਆ, ਤੀਜੀ ਵੀ ਬਰਾਬਰ ਆ ਰਹੀ ਹੈ। ਤੇ ਇਹਦਾ ਕੀ ਹੈ, ਅਨੇਕ ਹੱਲ ਹੈ, ਅਨੇਕ ਹੱਲ ਵਾਲੇ ਦਾ ਜੋੜਾ ਵੀ ਸੰਗਤ ਹੁੰਦਾ ਹੈ।
ਅਨੇਕ ਹੱਲ ਆ ਗਿਆ, ਮੈਨੀ ਸੋਲਿਊਸ਼ਨਸ ਆਉਣਗੇ, ਤਾਂ ਇਹਦਾ ਜੋੜਾ ਕੀ ਹੋਏਗਾ? ਸੰਗਤ। ਮੈਨੀ ਸੋਲਿਊਸ਼ਨ ਤੇ ਵਨ ਸੋਲਿਊਸ਼ਨ ਵਾਲੇ ਦਾ ਜੋੜਾ ਕੀ ਹੁੰਦਾ ਹੈ? ਸੰਗਤ। ਲੇਕਿਨ ਅਸੰਗਤ ਕਿਹੜਾ ਜੋੜਾ ਹੁੰਦਾ ਹੈ? ਸਿਰਫ ਨੋ ਸੋਲਿਊਸ਼ਨ ਵਾਲਾ। ਇਹਦਾ ਇਹ ਜੋੜਾ ਕੀ ਹੋਏਗਾ? ਅਸੰਗਤ, ਅਨਕੰਸਿਸਟੈਂਟ। ਇਹਨੂੰ ਕਹਿੰਦੇ ਆ, ਸੰਗਤ ਜੋੜੇ ਨੂੰ ਕਹਿੰਦੇ ਆ ਇਨਕੰਸਿਸਟੈਂਟ। ਇਨਕੰਸਿਸਟੈਂਟ ਜੋੜਾ ਕੀ ਹੁੰਦਾ? ਜਿਹਦਾ ਨੋ ਸੋਲਿਊਸ਼ਨ ਹੁੰਦਾ ਹੈ। ਇਹ ਨੋ ਸੋਲਿਊਸ਼ਨ ਕਿਹਦਾ ਹੁੰਦਾ ਹੈ? ਜਿਹਦੇ ਵਿੱਚ ਪਹਿਲੀ ਦੋ ਦਾ ਭਾਗ ਬਰਾਬਰ ਆ ਜਾਵੇ ਲੇਕਿਨ ਤੀਜੀ ਦੀ ਬਰਾਬਰ ਨਾ ਆਵੇ। ਇਸੇ ਤਰ੍ਹਾਂ ਇਹਦੇ ਵਿੱਚ ਦੇਖੋ 2/4, ਇਹਦੇ ਅੱਗੇ ਕੁਛ ਨਹੀਂ ਹੈ ਤਾਂ 1 ਪਾ ਲਓ, -1 ਬਟਾ -2 ਅਤੇ -6/-4। ਜੋ ਤੁਸੀਂ ਡਿਵਾਈਡ ਕਰੋਗੇ 1/2, ਇਹ ਵੀ ਕੱਟਿਆ ਗਿਆ ਮਾਈਨਸ ਨਾਲ ਮਾਈਨਸ। ਨੈਕਸਟ 2 ਦੂਣੀ 4, 2 ਤੀਆ 6, 3/2 ਦੇ ਬਰਾਬਰ ਨਹੀਂ ਹੈ। ਇਹ ਪਹਿਲੀਆਂ ਦੋ ਬਰਾਬਰ ਹੈ, ਤੀਜੀ ਬਰਾਬਰ ਨਹੀਂ ਹੈ, ਤਾਂ ਅਸੰਗਤ। ਇਹ ਨੋ ਸੋਲਿਊਸ਼ਨ ਵਾਲੀ ਕੰਡੀਸ਼ਨ ਆ ਗਈ, ਇਹਦਾ ਕੋਈ ਹੱਲ ਨਹੀਂ ਹੋਏਗਾ, ਅਸੰਗਤ ਹੋਏਗਾ ਜੋੜਾ, ਇਨਕੰਸਿਸਟੈਂਟ ਹੋਏਗਾ। ਸਮੀਕਰਨ ਦਾ ਕੋਈ ਹੱਲ ਨਹੀਂ ਹੋਏਗਾ, ਗ੍ਰਾਫ ਪੈਰਲਲ ਲਾਈਨ ਹੋਏਗਾ। ਇਹ ਯਾਦ ਰੱਖਣਾ। ਗ੍ਰਾਫ ਕਿੱਦਾਂ ਦਾ ਹੋਏਗਾ? ਸਮਾਂਤਰ ਰੇਖਾਵਾਂ, ਇਹਨਾਂ ਵਿੱਚ ਕੁਝ ਵੀ ਸਾਂਝਾ ਨਹੀਂ ਹੋਏਗਾ। ਇਜ਼ ਇਟ ਓਕੇ? ਨੈਕਸਟ ਹੈ 1 ਨੰਬਰ ਵਾਲੇ ਦੇ ਵਿੱਚ ਦੱਸੋ ਸਮੀਕਰਨ ਦਾ ਐਕਸ ਅਤੇ ਵਾਈ ਦੀ ਵੈਲਿਊ ਦੱਸੋ। ਤਾਂ ਤੁਸੀਂ ਕਿਵੇਂ ਦੱਸਣੀ ਹੈ? ਤੁਸੀਂ ਦੇਖ ਲੈਣਾ ਬੇਟੇ, ਜਿੱਥੋਂ ਪੁਆਇੰਟ 'ਤੇ ਕੱਟਿਆ ਗ੍ਰਾਫ ਉੱਥੋਂ ਇੱਕ ਲਾਈਨ ਨੀਚੇ ਨੂੰ ਖਿੱਚ ਲੈਣੀ ਹੈ, ਇੱਕ ਲਾਈਨ ਇੱਧਰ ਨੂੰ ਖਿੱਚ ਲੈਣੀ ਹੈ। ਜਿੱਥੇ ਦੋਨੋਂ ਕੱਟੇ ਗਏ, ਜਿਹੜੀ ਨੀਚੇ ਵਾਲੀ ਐਕਸ ਐਕਸਿਸ 'ਤੇ ਕੱਟਿਆ ਇਹ ਐਕਸ ਐਕਸਿਸ ਹੁੰਦੀ ਹੈ, ਆਹ ਵਾਲੀ ਵਾਈ ਹੁੰਦੀ ਹੈ। ਐਕਸ ਐਕਸਿਸ ਨੂੰ ਕਿੱਥੇ ਕੱਟਿਆ? 1.2 ਦੇ ਕਰੀਬ, ਤਾਂ 1.2 ਕੋਮਾ ਫਿਰ ਵਾਈ ਦੀ ਲਿਖਣੀ ਹੈ। ਵਾਈ ਕਿੱਥੇ ਕੱਟਿਆ? 1 'ਤੇ, ਤਾਂ 1। ਤਾਂ ਸਮੀਕਰਨ ਦਾ ਹੱਲ ਕੀ ਹੋਏਗਾ? 1.2, 1। ਪਹਿਲਾਂ ਵਨ ਸੋਲਿਊਸ਼ਨ ਹੈ, ਸਮੀਕਰਨ ਦਾ ਇੱਕ ਸੋਲਿਊਸ਼ਨ ਹੋਏਗਾ ਜਿਹੜਾ ਕਿ 1.2 ਤੇ 1 'ਤੇ। ਨੈਕਸਟ ਦੇਖੋ ਦੋਨੋਂ ਗ੍ਰਾਫ ਇੱਕ ਦੂਜੇ ਉੱਤੇ ਨੇ। ਇਸ ਤਰ੍ਹਾਂ ਦਾ ਗ੍ਰਾਫ ਕਿੱਦਾਂ ਹੋਏਗਾ? ਸਮੀਕਰਨ ਦਾ ਅਨੇਕ ਹੱਲ ਹੋਵੇਗਾ, ਮੈਨੀ ਸੋਲਿਊਸ਼ਨਸ। ਤੁਹਾਨੂੰ ਦੱਸਿਆ ਜਦੋਂ ਇੱਕ ਗ੍ਰਾਫ ਦੂਜੇ ਉੱਤੇ ਲਾਈ ਕਰ ਜਾਵੇ ਤਾਂ ਇਹਦਾ ਮਤਲਬ ਸਮੀਕਰਨ ਦੇ ਅਨੇਕ ਹੱਲ ਹੁੰਦੇ ਹਨ। ਅਤੇ ਜੇ ਗ੍ਰਾਫ ਇੱਦਾਂ ਸਮਾਂਤਰ ਰੇਖਾਵਾਂ ਆਵੇ ਤਾਂ ਸਮੀਕਰਨ ਦਾ ਕੋਈ ਹੱਲ ਨਹੀਂ ਹੁੰਦਾ, ਨੋ ਸੋਲਿਊਸ਼ਨ, ਕੋਈ ਹੱਲ ਨਹੀਂ ਹੋਵੇਗਾ। ਸਮੀਕਰਨ ਦਾ ਕੋਈ ਹੱਲ ਨਹੀਂ ਹੋਵੇਗਾ। 3 ਤਰ੍ਹਾਂ ਦੇ ਗ੍ਰਾਫ ਹੁੰਦੇ ਆ, ਇਹ ਵੀ ਸੰਗਤ ਜੋੜਾ, ਇਹ ਵੀ ਸੰਗਤ ਜੋੜਾ, ਲੇਕਿਨ ਅਸੰਗਤ ਹੈ, ਇਹਨੂੰ ਕਹਿੰਦੇ ਅਸੰਗਤ ਜੋੜਾ। ਤਾਂ ਇਹਦੇ ਵਿੱਚ ਅਨੇਕ ਹੱਲ ਦੀ, ਇਹਦੇ ਵਿੱਚ ਇੱਕ ਹੱਲ ਹੁੰਦਾ, ਗ੍ਰਾਫਿਕ ਬਿੰਦੂ ਉੱਤੇ ਕੱਟਦਾ ਹੈ। ਨੈਕਸਟ ਹੈ 2 ਮਾਰਕਸ ਵਾਲੇ, ਇਸ ਤਰ੍ਹਾਂ ਦੇ ਆਉਣਗੇ। x + y ਅਤੇ x - y = 7 ਅਤੇ 11। ਜਿਵੇਂ ਇੱਦਾਂ ਦਾ ਕੋਈ ਰਕਮ ਹੋਏਗੀ ਤਾਂ ਤੁਸੀਂ ਕੀ ਕਰਨਾ ਹੈਗਾ? ਜਾਂ ਤਾਂ ਇਹਨੂੰ ਗ੍ਰਾਫਿਕਲੀ ਹੱਲ ਕਰ ਲੈਣਾ, ਜਾਂ ਤੁਸੀਂ ਸਿੱਧਾ ਹੀ ਸਮਝ ਸਕਦੇ ਹੋ, ਸਿੱਧਾ ਦੇਖ ਲਓ। ਦੇਖੋ ਜੇਕਰ ਤੁਹਾਨੂੰ x + y ਅਤੇ x - y ਇੱਦਾਂ ਦੀ ਰਕਮ ਆ ਗਈ, ਸਿੰਪਲ x + y ਅਤੇ x - y, ਤਾਂ y ਨਾਲ y ਕੱਟਿਆ ਜਾਣਾ। ਦੋਨਾਂ ਦਾ ਅੱਗੇ ਓਪੋਜ਼ਿਟ ਨਿਸ਼ਾਨ ਹੈ, ਅਤੇ x ਕਿੰਨਾ ਆ ਜਾਏਗਾ? 2x ਬਰਾਬਰ ਕੀ ਹੋ ਜਾਏਗਾ? 11, 7 ਜਮਾ 11, ਕਿਉਂਕਿ ਦੋਨਾਂ ਅੱਗੇ ਕੋਈ ਨਿਸ਼ਾਨ ਨਹੀਂ, ਮਤਲਬ ਜਮਾ ਦਾ ਹੈ, 18। ਅਤੇ x ਕਿੰਨਾ ਆ ਜਾਏਗਾ? 18/2। ਡੈਟ ਬਿਕਮਸ 2 × 2 2 × 9 = 18। ਅਤੇ x ਦੀ ਵੈਲਿਊ ਕਿੰਨੀ ਆ ਜਾਏਗੀ? 9। ਕਿਉਂਕਿ x ਦੀ ਵੈਲਿਊ 9 ਆ ਗਈ, 9 'ਚੋਂ ਕੀ ਘਟਾਈਏ ਕਿ ਆਨਸਰ 7 ਆ ਜਾਵੇ। 9 - y = 7, ਅਤੇ y ਦੀ ਵੈਲਿਊ ਕਿੰਨੀ ਆ ਜਾਏਗੀ? y ਨੂੰ ਇੱਧਰ ਲੈ ਜਾਵਾਂਗੇ, 9 - 7 ਕਿੰਨਾ ਆ ਜਾਏਗਾ? 2। 9 'ਚੋਂ 2 ਘਟਾ ਕੇ ਕਿੰਨਾ ਆ ਜਾਏਗਾ? 7, ਅਤੇ y ਦੀ ਕਿੰਨੀ ਵੈਲਿਊ ਆ ਗਈ? 2। ਇਜ਼ ਇਟ ਓਕੇ? ਇਸੇ ਤਰ੍ਹਾਂ ਹੀ ਤੁਹਾਨੂੰ ਅੱਗੇ ਕੁਛ x ਦੇ ਅੱਗੇ ਰਕਮਾਂ ਦਿੱਤੀਆਂ ਹੋਈਆਂ 2 ਜਾਂ 3, ਲੇਕਿਨ y ਦੇ ਅੱਗੇ ਕੁਛ ਨਹੀਂ ਹੈ। ਜਿਵੇਂ ਇਹਦੇ ਵਿੱਚ y ਦੇ ਅੱਗੇ ਕੁਛ ਨਹੀਂ ਸੀ, ਲੇਕਿਨ ਇਹਨਾਂ ਦੋਨਾਂ ਅੱਗੇ ਕੀ ਹੈ? ਨਿਸ਼ਾਨ ਸੇਮ ਹੈ। ਇਹਨਾਂ ਵਿੱਚ ਕੀ ਸੀ? ਉਲਟਾ ਸੀ। ਜੇਕਰ ਸੇਮ ਨਿਸ਼ਾਨ ਵਾਲੀ ਆ ਗਈ ਤਾਂ ਤੁਸੀਂ ਕੀ ਕਰਨਾ? ਇੱਕ ਦਾ ਨਿਸ਼ਾਨ ਬਦਲ ਦੇਣਾ। ਅਤੇ ਇੱਥੇ ਵੀ ਇਹਦੇ ਅੱਗੇ ਕੋਈ ਨਿਸ਼ਾਨ ਨਹੀਂ, ਪਲੱਸ ਦਾ ਕੀ ਕਰ ਦੇਣਾ? ਇੱਥੇ ਮਾਈਨਸ। ਇੱਥੇ ਵੀ ਪਲੱਸ ਦਾ ਕੀ ਕਰ ਦੇਣਾ? ਮਾਈਨਸ। ਇਹਦੇ ਨਾਲ ਕੀ ਹੋਏਗਾ? ਹੁਣ ਆਹ ਵਾਲੇ ਨਿਸ਼ਾਨ ਖਤਮ ਹੋ ਜਾਣਗੇ, ਪਲੱਸ ਮਾਈਨਸ y ਕੱਟੇ ਗਏ। 2 - 3 -1x, 8 - 9 -1, ਤਾਂ x ਦੀ ਵੈਲਿਊ ਕਿੰਨੀ ਆ ਗਈ? ਇਹ ਦੋਨੋਂ ਮਾਈਨਸ ਵੀ ਕੱਟੇ ਗਏ, x ਦੀ ਵੈਲਿਊ ਕਿੰਨੀ ਆ ਗਈ? 1 ਆ ਗਈ। y ਦੀ ਕੱਢਣੀ ਹੈ 2x, 2x ਦਾ ਮਤਲਬ 2 × 1 ਜਮਾ y = 8। ਮੈਂ ਇਹ 'ਚ ਭਰ ਲਈ ਆਹ ਸਮੀਕਰਨ ਦੇ ਵਿੱਚ, 2x ਦੀ ਥਾਂ 'ਤੇ ਮੈਂ 1 ਭਰ ਲਿਆ, ਜਮਾ y = 8, ਤਾਂ y ਕਿੰਨਾ ਆ ਜਾਏਗਾ? 8। 2 × 2 2 ਇੱਧਰ ਆ ਕੇ ਮਾਈਨਸ ਹੋ ਜਾਏਗਾ, 6 ਆ ਜਾਏਗਾ। ਜਿਵੇਂ ਇਸ ਤਰ੍ਹਾਂ ਦੀ ਰਕਮ ਹੈ, ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਨਹੀਂ ਨਿਕਲ ਰਿਹਾ ਤਾਂ ਨੈਕਸਟ ਮੈਥਡ ਦੇਖ ਲਓ। ਕੋਈ ਵੀ ਸਵਾਲ ਦਾ ਹੱਲ ਕਰਨਾ ਤੁਸੀਂ ਤਾਂ 2 ਬਾਕਸਿਸ ਬਣਾ ਲੈਣੇ ਆ। ਆਹ ਦੇਖੋ
एक्स तो वाई। पहले ये लिए बॉक्स बनाना है उपर वाली 2x - 5y बराबर 9 ਲਈ ਤੁਸੀਂ करना एक 0 ਇੱਥੇ ਭਰ ਦੇਣੀ, एक 0 ਇੱਥੇ ਭਰ ਦੇਣੀ। ਇਜ਼ੀ ਇਟ ਓਕੇ। ਜਦੋਂ x ਦੇ ਖਾਨੇ 'ਚ 0 ਭਰੀ ਹੈ ਤੇ ਆਪਾਂ y ਦਾ ਉੱਤਰ ਕੱਢਣਾ ਹੈ। x ਦੇ ਖਾਨੇ 0 ਭਰ ਗਿਆ, x ਨੂੰ x ਉੱਤੇ ਉਂਗਲ ਰੱਖ ਲਈ ਤੇ ਤੁਹਾਨੂੰ ਕੀ ਨਜ਼ਰ ਆ ਰਿਹਾ 9 ਤੇ -5, 9/- 5 ਲਿਖ ਲੈਣਾ। ਇਹ ਕਿੰਨਾ ਉੱਤਰ ਆ ਜਾਏਗਾ 5 × 5 -1.8। ਜਦੋਂ y ਦੇ ਖਾਨੇ 'ਚ 0 ਹੈ ਤਾਂ y ਦੇ ਉੱਤੇ ਉਂਗਲ ਸਨੇ ਨਿਸ਼ਾਨ ਦੇ ਉੱਤੇ ਰੱਖ ਲੈਣੀ। ਤੁਹਾਨੂੰ ਕੀ ਨਜ਼ਰ ਆ ਰਿਹਾ 9 ਤੇ 2, ਤਾਂ 9 ਜਿਹੜਾ ਉੱਪਰ ਹਮੇਸ਼ਾ ਰਹੇਗਾ ਇੱਧਰ ਵਾਲਾ 9/2। ਜਦੋਂ ਤੁਸੀਂ 9 ਨੂੰ 2 ਨਾਲ ਭਾਗ ਕਰੋਗੇ ਤਾਂ 4.5 ਆ ਜਾਏਗਾ। ਤਾਂ ਤੁਸੀਂ ਕੀ ਕਰਨਾ ਹੈਗਾ ਇੱਥੇ ਗ੍ਰਾਫ ਡਰਾ ਕਰਨਾ ਹੈਗਾ। ਗ੍ਰਾਫ ਪੇਪਰ ਤੁਹਾਨੂੰ ਦਿੱਤਾ ਜਾਏਗਾ ਇਸ ਤਰ੍ਹਾਂ। ਤੁਸੀਂ ਇਸ ਤਰ੍ਹਾਂ ਪੁਆਇੰਟ ਪਲਾਟ ਕਰ ਲੈਣੇ ਆ 0 1 2 3 4 5। ਇਸੇ ਤਰ੍ਹਾਂ ਇੱਧਰ -1 -2 -3। ਇਸੇ ਤਰ੍ਹਾਂ ਹੀ -1 ਨੀਚੇ -2 -3 -4 -5। ਇੱਦਾਂ ਹੀ ਉੱਪਰ 1 2 ਇਕੁਅਲ ਗੈਪ 'ਤੇ ਲੈਣੇ 4 5, ਕਿਉਂਕਿ ਮੈਂ ਰਫ ਡਰਾ ਕਰ ਰਹੀ ਹਾਂ ਫਟਾਫਟ। ਤਾਂ ਪਹਿਲਾਂ y ਦੇ -1.8, y ਦਾ -1.8 ਇੱਥੇ ਆਏਗਾ। ਉਸ ਤੋਂ ਬਾਅਦ x ਦਾ 4.5, x ਦਾ 4.5 ਜਮ੍ਹਾਂ ਵਾਲਾ ਹੈ ਅਤੇ ਇੱਥੇ ਮਿਡਲ ਦੇ ਵਿੱਚ 4.5 ਆ ਜਾਏਗਾ। ਤਾਂ ਇਹਨਾਂ ਦੋਨਾਂ ਪੁਆਇੰਟਾਂ ਨੂੰ ਤੁਸੀਂ ਕੀ ਕਰ ਦੇਣਾ ਮਿਲਾ ਕੇ ਇੱਕ ਗ੍ਰਾਫ ਪਲਾਟ ਕਰ ਲੈਣਾ। ਇਸੇ ਤਰ੍ਹਾਂ ਹੀ ਦੂਜੀ ਸਮੀਕਰਨ ਹੈ x - 2y ਬਰਾਬਰ 6। ਫਿਰ ਤੁਸੀਂ ਦੂਜਾ ਬਾਕਸ ਬਣਾਓਗੇ। ਆ ਦੇਖੋ, ਕੋਈ ਵੀ ਸਵਾਲ ਤੁਸੀਂ ਇਹਦੇ ਨਾਲ ਹੱਲ ਕਰ ਸਕਦੇ ਹੋ ਜੇ ਤੁਹਾਨੂੰ ਉੱਪਰ ਵਾਲੇ ਮੁਸ਼ਕਿਲ ਲੱਗੇ। ਤੁਸੀਂ ਕੀ ਕਰਨਾ x ਦੇ ਉੱਤੇ x ਇੱਥੇ 0 ਭਰ ਦੇਣੀ, ਫਿਰ y ਦੇ ਇੱਥੇ 0 ਭਰ ਦੇਣੀ ਹੈ। ਤਾਂ ਸਭ ਤੋਂ ਪਹਿਲਾਂ x ਦੇ ਖਾਨੇ ਵਿੱਚ 0 ਹੈ ਤਾਂ y ਦੀ ਵੈਲਿਊ ਕਿਵੇਂ ਕੱਢਾਂਗੇ। x ਉੱਤੇ ਉਂਗਲ ਰੱਖ ਲਈ, y ਦੇ ਨਾਲ ਤੁਹਾਨੂੰ ਕੀ ਨਜ਼ਰ ਆ ਰਿਹਾ 6 ਤੇ -2, 2 ਨੰਬਰ ਨਜ਼ਰ ਆ ਰਿਹਾ ਹੈ, ਇੱਕ 6 ਤੇ ਇੱਕ -2। ਤਾਂ 6/- 2 ਭਰ ਦੇਣਾ। ਇਸੇ ਤਰ੍ਹਾਂ ਜਦੋਂ ਤੁਸੀਂ y ਦੇ ਉੱਤੇ ਉਂਗਲ ਰੱਖੋਗੇ, ਕਿਉਂਕਿ ਅਗਲੇ ਖਾਨੇ 'ਚ y 'ਚ 0 ਹੈ ਤਾਂ y ਦੇ ਸਨੇ ਨਿਸ਼ਾਨ 'ਤੇ ਤੁਹਾਨੂੰ x ਕਿੰਨਾ ਨਜ਼ਰ ਆ ਰਿਹਾ 6। x ਕਿੰਨਾ ਨਜ਼ਰ ਆ ਰਿਹਾ 6। ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ 6/2 -3 ਆ ਜਾਏਗਾ। ਤਾਂ ਪਹਿਲੇ y ਦਾ -3 ਦੇਖੋ ਅਤੇ y ਦਾ x ਦਾ ਕਿੰਨਾ ਹੈ 6। x ਦਾ 6 ਕਿੱਥੇ ਆਏਗਾ ਇੱਥੇ 6, x ਦਾ 6 ਆ ਰਿਹਾ। ਅਤੇ ਦੋਨਾਂ ਨੂੰ ਮਿਲਾ ਦਿੰਦੇ ਹੋਏ ਇੱਕ ਲਾਈਨ ਖਿੱਚ ਲੈਣੀ ਹੈ। ਇਹ ਦੋਨੋਂ ਲਾਈਨ ਅੱਗੇ ਜਾ ਕੇ ਕਿਤੇ ਨਾ ਕਿਤੇ ਮਿਲ ਜਾਣਗੀਆਂ। ਜਿੱਥੇ ਮਿਲਣਗੀਆਂ ਉੱਥੇ x ਐਕਸਿਸ ਨੂੰ ਟੱਚ ਕਰਨਗੀਆਂ। ਮੰਨ ਲਓ 7 8 'ਤੇ ਟੱਚ ਕਰਦੀਆਂ, ਇੱਧਰੋਂ 2 'ਤੇ ਟੱਚ ਕਰਦੀਆਂ y 'ਤੇ। ਤਾਂ ਮੰਨ ਲਓ x ਇੱਥੇ x ਦੀ ਵੈਲਿਊ ਕਿੰਨੀ ਆ ਜਾਏਗੀ 8। ਇੱਧਰ ਜਿੱਥੇ ਟੱਚ ਕੀਤਾ ਹੈ y ਦੀ ਵੈਲਿਊ ਆ ਜਾਏਗੀ। ਤਾਂ ਮਤਲਬ x = 8 y = 2 ਮੰਨ ਲਓ। ਤਾਂ ਇਸ ਤਰ੍ਹਾਂ ਵੀ ਤੁਸੀਂ x y ਦੀ ਵੈਲਿਊ ਕੱਢ ਸਕਦੇ ਹੋ। ਬਸ ਤੁਸੀਂ ਉਂਗਲ ਰੱਖ ਲੈਣੀ ਹੈ, ਇੱਕ ਵਾਰ ਇੱਥੇ 0 ਇੱਕ ਵਾਰ ਇੱਥੇ 0। x ਦੀ ਵੈਲਿਊ 0 ਪਰ ਰੱਖੀ ਤਾਂ y ਦੀ ਵੈਲਿਊ ਕਿੰਨੀ ਆ ਗਈ 9/- 5। ਤਾਂ y ਦੇ ਖਾਨੇ 'ਚ ਭਰਨੀ 9/- 5। ਫਿਰ y ਦੇ ਉੱਤੇ ਉਂਗਲ ਰੱਖਣੀ ਹੈ ਕਿਉਂਕਿ y ਦੇ ਖਾਨੇ 0 ਹੈ। ਫਿਰ x ਦੀ ਵੈਲਿਊ ਕਿੰਨੀ ਹੈਗੀ 9/2। ਇਜ਼ ਇਟ ਓਕੇ। ਇਸੇ ਤਰ੍ਹਾਂ ਤੁਸੀਂ ਦੇਖੋ ਅਗਲਾ +y ਅਤੇ -y ਹੈ, ਕੱਟੇ ਗਏ 2x ਬਰਾਬਰ 14 + 4 ਕਿੰਨਾ ਹੋ ਗਿਆ 18। ਅਤੇ ਇਹ ਤਾਂ ਸੌਖੇ ਹੁੰਦੇ ਆ x + y ਅਤੇ x - y ਵਾਲੇ। 18/2 ਡੈਟ ਬਿਕਮਸ 9। ਤਾਂ 9 + y = 14। ਆ ਦੇਖੋ x + y = 14, 6 ਦੀ ਥਾਂ 'ਤੇ ਮੈਂ 9 ਭਰਤਾ। 9 + y = 14। y ਕਿੰਨਾ ਆ ਜਾਏਗਾ 14 - 9। ਨੈਕਸਟ ਹੈ ਸੋਲਵ। ਇਹਨੂੰ ਕਰਨਾ ਹੈ ਤਾਂ 2x + 3y = 11। ਆ ਦੇਖੋ -4y = -24। ਦੇਖੋ ਇਹ ਵਾਲੇ ਸਵਾਲ ਸੋਲਵ ਕਰਨੇ ਬੜੇ ਈਜ਼ੀ ਹੁੰਦੇ ਆ। ਦੇਖੋ ਇਹਨਾਂ ਦੇ ਅੱਗੇ ਦੋਨੋਂ ਅੱਗੇ ਇੱਕੋ ਸੇਮ ਰਕਮ ਹੈ 2x 2x। ਦੋਨੋਂ ਅੱਗੇ ਨਿਸ਼ਾਨ ਦੇਖਣਾ ਤੁਸੀਂ ਸੇਮ ਹੈ ਤਾਂ ਇਹਨਾਂ ਨੂੰ ਉਲਟਾ ਕਰ ਦੇਣਾ -++। ਇਹ ਕੱਟਿਆ ਗਿਆ 4। ਹੁਣ ਇਹ ਵਾਲੇ ਨਿਸ਼ਾਨ ਖਤਮ। 4 + 3 7y 35। ਤਾਂ y ਕਿੰਨਾ ਆ ਜਾਏਗਾ 35/7। 7 × 5 = 35। y ਕਿੰਨਾ ਆ ਗਿਆ 5 ਆ ਗਿਆ। ਇਸੇ ਤਰ੍ਹਾਂ ਤੁਸੀਂ x ਕੱਢ ਸਕਦੇ ਹੋ। 2x + 3y = 11 ਸੀ ਤਾਂ 2x + 15 3 × y ਦੀ ਕਿੰਨੀ ਵੈਲਿਊ ਹੈ 5। 3 ਨੂੰ 5 ਨਾਲ ਗੁਣਾ ਕੀਤਾ 15 ਆ ਗਿਆ।
तो 2x इज इक्वल टू 11 माइनस 15 -4, x इज इक्वल टू -4 बटा 2 -2, x कितना आ गया -2। तो ऐसा उसी x से y की वैल्यू कढ़ ली। जे एम वी की वैल्यू कही है y की थां ते कितना है 5 m गुना -2 + 3। सब तो पहला आप m की वैल्यू कढ़नी है तो आपू m नूं कल्ला करना पेगा। 5 - 3 इज इक्वल टू -2m, 2 इज इक्वल टू -2m, 5 3 गए 2 -2m, तो m कितना आ जाएगा 2 बटा -2, डैट बिकम्स -1, तो m कितना आ जाएगा -1। आई होप थानू ये सवाल समझ आ गए होंगे। इज ओके, थैंक यू।